ਸਾਡੇ ਪੰਜਾਬ ਦੇ ਭਰਾ ਸਾਡੇ ਮਹਿਮਾਨ ਨੇ ਹਰਿਆਣਾ ਦੀ ਬਾਰਡਰ ਤੇ ਬੈਠੇ ਤੇ ਸਾਰਾ ਰਾਸ਼ਨ ਹਰਿਆਣੇ ਦਾ ਤੇ ਅੱਗੇ ਜਿਹੜੀ ਫੌਜ ਨਾਲ ਫਰੰਟ ਜਿਹੜੀ ਫੋਰਸ ਹੈ ਉਹ ਸਾਡੀ ਰਹੂਗੀ। ਲੋਕਾਂ ਸਰਦਾਰਾਂ ਤੇ ਸਵਾਲ ਉਠਾਉਂਦੇ ਆ ਜਿਨ੍ਹਾਂ ਨੂੰ ਮਤਲਬ ਨਹੀਂ ਪਤਾ। ਸਰਦਾਰ ਦਾ ਮਤਲਬ ਹੁੰਦਾ ਹੈ ਲੀਡਰ। ਚਾਹੇ ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਹੋਵੇ, ਪੰਜਾਬ ਨੇ ਲੀਡ ਕੀਤਾ। ਭਗਤ ਸਿੰਘ, ਸੁਖਦੇਵ, ਰਾਜਗੁਰੂ, ਲਾਲਾ ਲਾਜਪਤ ਰਾਏ ਸਭ ਤੋਂ ਵੱਧ ਸ਼ਹਾਦਤਾਂ ਪੰਜਾਬ ਨੇ ਦਿੱਤੀਆਂ। चीन के नाल लड़ाई हो चाहे कारगिल वार हो, शहादत सब तो ज्यादा पंजाब ने की। लेकिन गोदी मीडिया ने जदों नहीं पूछा भी पंजाब लीड क्यों करता है, इन्नी शहादत क्यों देता है। अमेरिकन फार्मर आपको क्यों सपोर्ट कर रहा है? क्योंकि हर एक जगह फार्मर्स को कॉरपोरेट घरानों द्वारा दबाया जाता है, चाहे वो यूरोपियन कंट्री, अमेरिकन और एशियन कंट्रीज हो। हरियाणा का सीएम खट्टर है, ਤੁਹਾਨੂੰ ਇਹਦੀ ਹਕੀਕਤ ਨਹੀਂ ਪਤਾ। ਅੱਜ ਤੋਂ 6 ਮਹੀਨੇ ਪਹਿਲੇ ਜਦੋਂ ਕਰੋਨਾ ਹੋਇਆ ਸਾਡੀ ਕਣਕ ਆਈ, ਇਹਨੇ ਝੋਲੀ ਪਲਾ ਕੇ ਕਿਹਾ ਹਰਿਆਣਾ ਸਰਕਾਰ ਕੋਲ ਪੈਸਾ ਨਹੀਂ ਹੈ, ਕਿਸਾਨ ਮੇਰੇ ਮਾਈ ਬਾਪ ਨੇ ਕਿਲੋ ਕਿਲੋ ਦਾਣੇ ਦੇ ਦਿਓ ਮੈਨੂੰ। ਅਕਾਲ ਚੈਨਲ ਦੇਖ ਰਹੇ ਹੋ, ਅਸੀਂ ਤੁਹਾਡੇ ਨਾਲ ਗਰਾਊਂਡ ਜ਼ੀਰੋ ਤੋਂ ਜੁੜੇ ਹੋਏ ਟਿੱਕਰੀ ਬਾਰਡਰ ਤੇ ਆ। ਲਗਾਤਾਰ ਤਸਵੀਰਾਂ ਟਿੱਕਰੀ ਬਾਰਡਰ ਤੋਂ ਤੁਹਾਨੂੰ ਦੇ ਰਹੇ ਆ। ਬਹਾਦਰਗੜ੍ਹ ਦੇ ਏਰੀਏ ਵਿੱਚ ਬਹੁਤ ਵੱਡਾ ਇਕੱਠ ਆ। ਲਗਾਤਾਰ ਜਿਹੜੇ ਆ ਕਿਸਾਨ ਆਉਣੇ ਹਜੇ ਤੱਕ ਜਾਰੀ ਨੇ। ਪਿਛਲੇ ਪਾਸੋਂ ਜੇਕਰ ਗੱਲ ਕਰੀਏ ਪੰਜਾਬ ਤੋਂ, ਹਰਿਆਣੇ, ਰਾਜਸਥਾਨ ਤੋਂ, ਸਾਰੀਆਂ ਥਾਵਾਂ ਤੋਂ ਕਿਸਾਨ ਆ ਰਹੇ। ਸਾਡੇ ਨਾਲ ਮੌਜੂਦ ਨੇ ਹਰਿਆਣੇ ਦੇ ਕਿਸਾਨ ਜਿਹੜੇ ਇੱਥੇ ਆਏ ਨੇ, ਧਰਨੇ ਪ੍ਰਦਰਸ਼ਨ ਤੇ ਬੈਠੇ ਨੇ। ਪਿਛਲੇ ਦਿਨ ਇੱਕ ਬਹੁਤ ਸਾਰੀ ਵੀਡੀਓ ਜਿਹੜੀ ਵਾਇਰਲ ਹੋਈ ਸੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਕਿੱਥੋਂ ਆਏ ਜੀ? सरसा हरियाणे तो है जी। विकल्प प्रचार राष्ट्रीय अध्यक्ष अखिल भारतीय स्वामीनाथन संघर्ष समिति। कितना काफिला आ रहा हरियाणे से? हरियाणा च हुण तां संख्या शायद करोड़ां च पहुंच गई है। ਜਿਹੜਾ ਪਹਿਲੇ ਛੋਟਾ ਭਾਈ ਕਹਿੰਦਾ ਸੀ, ਹੁਣ ਛੋਟੇ ਭਾਈ ਤੇ ਵੱਡੇ ਭਾਈ ਸੰਖਿਆ ਦੀ ਗੱਲ ਕਰੇ ਤੇ ਬਰਾਬਰ ਦੇ ਸੰਖਿਆ ਦੇ ਵਿੱਚ ਹੈ। ਤੇ ਅਸੀਂ ਇੱਕ ਕੰਮ ਕਿਹਾ ਹੈ ਬਈ ਸਾਡੇ ਪੰਜਾਬ ਦੇ ਭਰਾ ਸਾਡੇ ਮਹਿਮਾਨ ਨੇ ਹਰਿਆਣਾ ਦੀ ਬਾਰਡਰ ਤੇ ਬੈਠੇ ਤੇ ਸਾਰਾ ਰਾਸ਼ਨ ਹਰਿਆਣੇ ਦਾ ਤੇ ਅੱਗੇ ਜਿਹੜੀ ਫੌਜ ਨਾਲ ਫਰੰਟ ਜਿਹੜੀ ਫੋਰਸ ਹੈ ਉਹ ਸਾਡੀ ਰਹੂਗੀ। ਸਾਡੇ ਮਹਿਮਾਨ ਨੂੰ ਅਸੀਂ ਆਂਚ ਨਹੀਂ ਆਣ ਦਿੰਦੇ। ਮਤਲਬ ਤੁਹਾਡਾ ਕਹਿਣਾ ਹੈ ਕਿ ਜਿਹੜੇ ਪੰਜਾਬ ਵਾਲੇ ਕਿਸਾਨ ਆ ਉਹ ਪਿੱਛੇ ਰਹਿਣ, ਵੀ ਸਾਡੇ ਮਹਿਮਾਨ ਨੇ, ਮਹਿਮਾਨ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ। ਕਿਸੇ ਤਰ੍ਹਾਂ ਮਹਿਮਾਨ ਭਗਵਾਨ ਦੇ ਬਰਾਬਰ ਹੁੰਦਾ ਹੈ, ਰੱਬ ਦੇ ਬਰਾਬਰ ਹੁੰਦਾ ਹੈ ਤੇ ਇਹਨਾਂ ਨੇ ਬਹੁਤ ਵੱਡਾ ਸਾਨੂੰ ਲੀਡਰਸ਼ਿਪ ਕਰਤੀ ਹੈ। ਲੋਕਾਂ ਸਰਦਾਰਾਂ ਤੇ ਸਵਾਲ ਉਠਾਉਂਦੇ ਆ ਜਿਨ੍ਹਾਂ ਨੂੰ ਮਤਲਬ ਨਹੀਂ ਪਤਾ। ਸਰਦਾਰ ਦਾ ਮਤਲਬ ਹੁੰਦਾ ਹੈ ਲੀਡਰ। ਚਾਹੇ ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਹੋਵੇ, ਪੰਜਾਬ ਨੇ ਲੀਡ ਕੀਤਾ। ਭਗਤ ਸਿੰਘ, ਸੁਖਦੇਵ, ਰਾਜਗੁਰੂ, ਲਾਲਾ ਲਾਜਪਤ ਰਾਏ ਸਭ ਤੋਂ ਵੱਧ ਸ਼ਹਾਦਤਾਂ ਪੰਜਾਬ ਨੇ ਦਿੱਤੀਆਂ। ਪਾਕਿਸਤਾਨ ਦੇ ਨਾਲ ਤਿੰਨੋਂ ਲੜਾਈਆਂ ਹੋਈਆਂ, सब तो ज्यादा शहीद सैनिक पंजाब ते हरियाणा तो है। इसी प्रकार चीन के नाल लड़ाई हो चाहे कारगिल वार हो, शहादत सब तो ज्यादा पंजाब ने की। लेकिन गोदी मीडिया ने जदों नहीं पूछा भी पंजाब लीड क्यों करता है, इन्नी शहादत क्यों देता है। लेकिन जदों पंजाब ने किसान अंदोलन के काणे कानूनों के खिलाफ लड़ाई शुरू की और दिल्ली की तरफ रुख किया, तो इन्होंने लोगों ने जिहड़े किसान दे पैदा की हुई कणक खाते हैं, किसान की मझ का दुध पीते हैं, किसान के फ्रूटा का जूस पीते हैं, उन्होंने कहा यह खालिस्तानी है। तो मैं सब तो पहले कहा जे हक मांगना खालिस्तानी है तो मैं विकल्प प्रचार हरियाणे तो खालिस्तानी हाँ। इन्ने खालिस्तानी तुसे किन्ने पैदा करोगे? राजस्थान विच भी खालिस्तानी है, राजस्थान का किसान भी, मध्य प्रदेश, तमिलनाडु, केरल, कर्नाटक का किसान, असम, उत्तर प्रदेश, उत्तराखंड, पश्चिम बंगाल, नागालैंड का किसान। ए नवे मुद्दे ना पैदा करो। असी अपनी खेती नूं, अपनी जमीन नूं, क्योंकि असी जिहड़ी साडी जमीन है ਉਹਨੂੰ ਮਾਂ ਤੋਂ ਵੱਧ ਕੇ ਇੱਜ਼ਤ ਦਿੰਦੇ ਆ। ਵੀ ਜਿਵੇਂ ਮਾਂ ਤੇ ਉੱਤੇ ਕੋਈ ਪੁੱਤ ਆਂਚ ਨਹੀਂ ਆਣ ਦਿੰਦਾ, ਉਸੇ ਪ੍ਰਕਾਰ ਜਦੋਂ ਸਾਡੀ ਜ਼ਮੀਨ ਦੀ ਤਰਫ ਕੋਈ ਦੇਖੂਗਾ ਤਾਂ ਉਹਨੂੰ ਅਸੀਂ ਪੱਛੜ ਨਹੀਂ ਟੱਪਣ ਦੇਵਾਂਗੇ। ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਥੋਪੀ ਜਾਂਦੀ? ਮੁੱਦਾ ਕਿਸਾਨੀ ਦਾ, ਖਾਲਿਸਤਾਨੀ ਕਹਿਣਾ, ਅੱਤਵਾਦੀ ਕਹਿਣਾ ਠੀਕ ਹੈ? ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਬਈ ਜਦੋਂ ਵੀ ਕਿਸੇ ਨੇ ਹੱਕ ਮੰਗੇ ਇਹਨਾਂ ਸਰਕਾਰਾਂ ਤੋਂ, ਉਹਨਾਂ ਦੇ ਲੀਡਰਾਂ ਨੂੰ ਇਹਨਾਂ ਨੇ ਖਰੀਦ ਲਿਆ। ਇਹ ਪਹਿਲਾ ਇੰਨਾ ਵੱਡਾ ਨਿਆਂ ਯੁੱਧ ਹੈ ਜਿਹਦੇ ਵਿੱਚ ਕੋਈ ਲੀਡਰਸ਼ਿਪ ਨਾ ਮੰਨੋ। देश का सब तो वड्डा तबका किसान कौम जिहड़ी है वो आ गई तो सारे देश का जाति धर्म का अंतर खत्म हो गया, सूबियां का अंतर खत्म हो गया, सारे भाई बन गए पूरे देश के किसान। तो इनको लगा इस आंदोलन को तोड़ने के लिए जो ये राजनीतिक पार्टियां जाति धर्म का जहर खेलती हैं, इसीलिए इन्होंने खालिस्तान का नाम लिया और उसका हर एक तरह से हम मुंह तोड़ का जवाब देंगे। खालिस्तान का इन लोगों को इतिहास क्या पता है? किस प्रकार राजनीतिक पार्टियों की साजिश के कारण लाखों माओ ने अपने सपूत खोए। किन्ना पंजाब सूबे का हाल माड़ा हो गया जिहड़ा देश नूं लीड करता सीगा। ਉਹ क्यों पुराने घाव छेड़ते हो? पुराने घावां नूं छुपाया जाता है, खत्म किया जाता है, उन्होंने छेड़ा नहीं जाता।
ਤੁਸੀਂ ਕਹਿਣਾ ਚਾਹੁੰਦੇ ਤੇ ਗੋਦੀ ਮੀਡੀਆ ਨੂੰ ਇੱਕ ਗੱਲ ਦੀ ਹੋਰ ਦੀ ਸ਼ਰਮ ਆਣੀ ਚਾਹੀਦੀ, ਜਿਹੜਾ ਉੱਠ ਕੇ ਪਰੌਂਠਾ ਖਾਂਦੇ ਆ ਉਹ ਸਾਡੀ ਕਣਕ ਦਾ, ਜਿਹੜਾ ਦੁੱਧ ਪੀਂਦੇ ਉਹ ਸਾਡੀ ਮੱਝ ਦਾ, ਜਿਹੜਾ ਹੈ ਫਰੂਟ ਦਾ ਜੂਸ ਪੀਂਦੇ ਸਾਡੀ ਫਰੂਟ ਦਾ, ਉਹ ਸਾਡਾ ਖੂਨ ਤਾਂ ਨਾ ਪੀਓ। ਤੁਹਾਡੇ ਵਾਸਤੇ ਸਭ ਕੁਝ ਪੈਦਾ ਕੀਤਾ, ਖੂਨ ਹੀ ਰਹਿ ਗਿਆ ਸੀ। ਹਾਂ ਖੂਨ ਰਹਿ ਗਿਆ ਸੀ, ਉਹਨਾਂ ਲੋਕਾਂ ਨੇ ਪੀਣਾ ਸ਼ੁਰੂ ਕਰਤਾ ਤੇ ਜਿੰਨਾ ਇਹਨਾਂ ਨੇ ਸਾਨੂੰ ਭੜਕਾਇਆ। ਇੱਕ ਨਿਆਂ ਯੁੱਧ ਦਾ ਕਮਾਲ ਵੇਖੋ, ਜਿੰਨੇ ਵੀ ਵੱਡੇ ਅੰਦੋਲਨ ਤੁਸੀਂ ਇਤਿਹਾਸ ਵਿੱਚ ਪੜ੍ਹੋਗੇ, ਅਮਰੀਕਾ ਦੀ ਕ੍ਰਾਂਤੀ, ਫਰਾਂਸ ਕ੍ਰਾਂਤੀ, ਰਸ਼ੀਅਨ ਕ੍ਰਾਂਤੀ, ਸਾਰਿਆਂ ਵਿੱਚ ਕਤਲ ਹੋਏ, ਸਰਕਾਰੀ ਪ੍ਰਾਪਰਟੀਆਂ ਦਾ ਨੁਕਸਾਨ ਹੋਇਆ। ਇੱਥੇ ਕਰੋੜਾਂ ਦੀ ਸੰਖਿਆ ਵਿੱਚ ਕਿਸਾਨ ਮੌਜੂਦ ਹੈ ਤੇ ਜਦੋਂ ਪੰਜਾਬ ਦੇ ਸਾਡੇ ਕਿਸਾਨ ਸਾਥੀ ਦਿੱਲੀ ਤੱਕ ਆਏ, ਇੱਕ ਪੇੜ ਦਾ ਪੱਤਾ ਤੱਕ ਨਹੀਂ ਟੁੱਟਿਆ, ਇੱਕ ਸਰਕਾਰੀ ਸੰਪत्ति ਦਾ ਨੁਕਸਾਨ ਨਹੀਂ ਪਹੁੰਚਿਆ। ਇਤਨਾ ਸ਼ਾਂਤੀਪੂਰਵਕ ਇਹ ਨਿਆਂ ਯੁੱਧ ਜਾਂ ਧਰਮ ਯੁੱਧ ਮੈਂ ਕਹਿ ਰਿਹਾ, ਜਿਸ ਤਰ੍ਹਾਂ ਗੁਰੂ ਕਹਿ ਦਿੰਦੇ ਸੀ ਅਸੀਂ ਸਰ ਦੇ ਦਿੰਦੇ ਸੀ, ਹੱਥ ਨਹੀਂ ਉਹਦੀ ਤਰਫ ਕਰਦੇ ਸੀਗੇ, ਉਸ ਪ੍ਰਕਾਰ ਦਾ ਨਿਆਂ ਯੁੱਧ ਚੱਲੀ ਜਾਂਦਾ ਹੈ। ਤੇ ਪਹਿਲੀ ਵਾਰ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਲਿਖਿਆ ਜਾਊਗਾ। आज ਜਿਹੜਾ है यूरोपियन फार्मर है, अमेरिकन फार्मर है, आपको क्यों सपोर्ट कर रहा है? क्योंकि हर एक जगह फार्मर्स को कॉरपोरेट घरानों द्वारा दबाया जाता है, चाहे वो यूरोपियन कंट्री, अमेरिकन और एशियन कंट्रीज हो। तो उन्हें पता है भी सबसे ज़्यादा किसान दुनिया में भारत में है। अगर ये लड़ाई जीत गए तो आप भी अपने हकों के लिए लड़ाई लड़ोगे। ਤੁਹਾਡੇ ਜਿਹੜੇ ਅੰਦੋਲਨ ਸ਼ੁਰੂ ਹੋਇਆ ਸੀਗਾ 26-27 ਤਰੀਕ ਨੂੰ, ਬੜੇ ਨਾਕੇਬੰਦੀ ਕੀਤੀ ਗਈ ਹਰਿਆਣੇ ਦੇ ਵਿੱਚ। ਚਲੋ ਠੀਕ ਹੈ, ਹਰਿਆਣੇ ਦਾ ਸਾਥ ਵੀ ਦਿੱਤਾ, ਪਰ ਉਹਨੂੰ ਫੜੋ ਫੜਾਈ ਬੜੀ ਹੋਈ ਹਰਿਆਣੇ ਦੇ ਲੋਕਾਂ ਦੀ। ਹੁਣ ਤਾਂ ਨਹੀਂ ਕਹਿੰਦੇ ਵੀ ਫੜ ਲਓ ਜਾਂ ਕੁਝ ਰੋਕਦੇ ਤਾਂ ਨਹੀਂ ਆਉਣ ਤੋਂ ਅੰਦੋਲਨ 'ਚ। ਉਹਨਾਂ ਨੇ ਜ਼ੋਰ ਵੇਖਣਾ ਸੀ ਜੱਟ ਕਿਸਾਨ ਦਾ, ਉਹਨਾਂ ਨੂੰ ਕੰਜਰਾਂ ਨੂੰ ਐ ਨਹੀਂ ਪਤਾ ਬਈ ਇਹ ਜਿਹੜਾ ਹਰਿਆਣਾ ਦਾ ਸੀਐਮ ਖੱਟਰ ਹੈ, ਤੁਹਾਨੂੰ ਇਹਦੀ ਹਕੀਕਤ ਨਹੀਂ ਪਤਾ। ਅੱਜ ਤੋਂ 6 ਮਹੀਨੇ ਪਹਿਲੇ ਜਦੋਂ ਕਰੋਨਾ ਹੋਇਆ, ਸਾਡੀ ਕਣਕ ਆਈ, ਇਹਨੇ ਝੋਲੀ ਪਲਾ ਕੇ ਕਿਹਾ ਹਰਿਆਣਾ ਸਰਕਾਰ ਕੋਲ ਪੈਸਾ ਨਹੀਂ ਹੈ, ਕਿਸਾਨ ਮੇਰੇ ਮਾਈ ਬਾਪ ਨੇ ਕਿਲੋ ਦਾਣੇ ਦੇ ਦਿਓ ਮੈਨੂੰ ਤੇ ਜਵਾਕ 5-5 ਰੁਪਏ ਦੇ ਦਿਓ। ਜਦੋਂ ਤੋਂ ਅਸੀਂ ਇਹਦੇ ਪਿਓ ਸੀਗੇ, ਲੇਕਿਨ ਜਦੋਂ ਹੱਕ ਮੰਗਣ ਵਾਸਤੇ ਸਾਡਾ ਵੱਡਾ ਭਾਈ ਪੰਜਾਬ ਆਇਆ ਤਾਂ ਇਹਨਾਂ ਨੇ ਵਾਟਰ ਕੈਨਨ ਚਲਾਏ। ਇਹਨਾਂ ਨੂੰ ਕਿਸ ਦੇ ਉੱਤੇ ਵਾਟਰ ਕੈਨਨ ਚਲਾ ਰਹੇ ਹੋ? ਇਹ ਕਿਸਾਨ ਉਹ ਹੈ ਜਿਹੜਾ ਦਸੰਬਰ ਦੇ ਠੰਡ ਦੇ ਮਹੀਨੇ ਵਿੱਚ ਜਦੋਂ ਟੈਂਪਰੇਚਰ ਮਾਈਨਸ ਵਿੱਚ ਚਲਿਆ ਜਾਂਦਾ ਹੈ ਤੇ ਰਾਤ ਨੂੰ ਮੀਂਹ ਪੈਂਦਾ ਹੋ ਤੇ ਪਾਣੀ ਦੀ ਵਾਰੀ ਨਹਿਰ ਦੀ ਹੋਵੇ ਤਾਂ ਅਸੀਂ ਪਾਣੀ ਦੀ ਵਾਰੀ ਨਹੀਂ ਛੱਡਦੇ, -13 ਡਿਗਰੀ 'ਚ ਖੜੇ ਰਹਿੰਦੇ ਆ, 12 ਘੰਟੇ ਲਗਾਤਾਰ ਪਾਣੀ ਖੜੇ ਰਹਿੰਦੇ ਆ ਤੇ ਪਾਣੀ ਲਾਉਂਦੇ ਆ। ਅਸੀਂ ਆਪਣੀ ਔਕਾਤ ਦਿਖਾਣੀ ਸੀ। ਇਹ ਹੀਟਰ ਵਾਲੇ ਕਮਰਿਆਂ 'ਚੋਂ ਨਹੀਂ ਨਿਕਲਦੇ ਹੋਣੇ ਜਦੋਂ ਕਿਸਾਨ ਪਾਣੀ ਲਾਉਂਦਾ ਖੇਤਾਂ ਨੂੰ। ਇਹ ਸਾਨੂੰ ਜੇਲ੍ਹਾਂ ਤੋਂ ਡਰਾਉਂਦੇ ਨੇ। ਉਹ ਜਿਹੜਾ ਤੁਸੀਂ ਸਾਡੇ ਖੇਤ ਵਿੱਚ, ਮੈਂ ਕਹਿੰਦਾ ਦੇਸ਼ ਦੇ ਰਾਜਨੇਤਾਵਾਂ ਨੇ ਇੱਕ ਰਾਤ ਕੰਮ ਕਰਕੇ ਦੇਖ ਲੈਣ, ਇੱਕ ਵਾਰ ਖੇਤ 'ਤੇ ਜਾ ਕੇ ਦੇਖ ਲੈਵੇਂ ਬਾੜੀ ਕਿਵੇਂ ਪੈਦਾ ਹੁੰਦੀ ਹੈ, ਧਾਨ ਵਿੱਚ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਕਣਕ ਕਿਵੇਂ ਜਵਾਨ ਕੀਤੀ ਜਾਂਦੀ ਹੈ 6 ਮਹੀਨਿਆਂ 'ਚ। ਤਾਂ ਅਸੀਂ ਜੇਲ੍ਹਾਂ ਤੋਂ ਡਰਨ ਵਾਲੇ ਨਹੀਂ ਹੈ। ਮੁਕੱਦਮੇ ਲਾਓ ਸਾਡੇ ਤੇ, ਜਿੰਨਾ ਤੁਹਾਡੇ ਬਸ 'ਚ ਉਹ ਕਰੋ, ਲੇਕਿਨ ਹੁਣ ਜਿੰਨਾ ਲੇਟ ਹੋਗੇ, ਮੈਂ ਤਾਂ ਸਿੱਧਾ ਮੋਦੀ ਜੀ ਨੂੰ ਕਹਿੰਦਾ ਵੀ ਇਹ ਤੁਹਾਡੇ ਪਰੋਣੇ ਆਏ ਹੋਏ ਨੇ ਤੇ ਜਦੋਂ ਪਰੋਣਾ ਘਰ ਆਂਦਾ ਉਹਨੂੰ ਕੁਝ ਨੇਕ ਦੇ ਕੇ ਵਾਪਸ ਮੋੜਿਆ ਜਾਂਦਾ ਹੈ, ਬੁਲਾ ਕੇ ਸਰ ਤੇ ਹੱਥ ਰੱਖ ਕੇ ਉਹਨੂੰ ਵਾਪਸ ਮੋੜਿਆ ਜਾਂਦਾ ਹੈ। ਲੇਕਿਨ ਇਹ ਸਾਡੇ ਨਾਲ ਅੱਖ 'ਚ ਅੱਖ ਮਿਲਾ ਕੇ ਕਹਿੰਦਾ ਮੈਂ ਮੇਰੀ ਧੌਣ ਨਹੀਂ ਝੁਕਣ ਦਿੰਦਾ। ਉਹ ਪਰੋਣੇ ਆਏ ਹੋਏ ਨੇ। ਜਦੋਂ ਸਟਾਰਟਿੰਗ ਵਿੱਚ 26 ਤਾਰੀਖ ਨੂੰ ਅਸੀਂ 3 ਲੱਖ ਸੀਗੇ, ਅੱਜ ਉਹ ਸੰਖਿਆ 1.5 ਕਰੋੜ ਹੋ ਗਈ ਹੈ। ਪਰੋਣੇ ਇੰਨੇ ਨਾ ਵਧਾ, ਤੇਰੇ ਕੋਲ ਇੰਨਾ ਜੁਗਾੜ ਨਹੀਂ ਹੈ ਸਾਨੂੰ ਨੇਕ ਦੇਸ ਕੇ। ਇਸ ਕਰਕੇ ਫਟਾਫਟ ਆਪਣੀ ਗਲਤੀ ਮੰਨਣ, ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣ ਤੇ ਸਾਨੂੰ ਅਸੀਂ ਵਾਪਸ ਖੇਤਾਂ ਵਿੱਚ ਜਾ ਕੇ ਦੇਸ਼ ਦੇ ਪੇਟ ਭਰਨ ਦਾ ਕੰਮ ਕਰੀਏ। ਪਿੱਛੇ ਕੰਮਕਾਜ ਚੱਲ ਰਹੇ ਨੇ, ਤਕਲੀਫ ਤਾਂ ਨਹੀਂ ਆਉਂਦੀ ਪਿੰਡ ਖੇਤਾਂ 'ਚ ਕੰਮ ਰੁਕਣ ਤਾਂ ਨਹੀਂ? ਤਕਲੀਫਾਂ ਸਾਰੀ ਪ੍ਰਕਾਰ ਦੀਆਂ ਸਾਡੀਆਂ ਮਾਤਾਵਾਂ ਭੈਣਾਂ ਇਸ ਠੰਡ ਦੇ ਮਾਹੌਲ ਵਿੱਚ ਇੱਥੇ ਲਗਾਤਾਰ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਖੇਤਾਂ ਵਿੱਚ ਵੀ ਦਿੱਕਤ ਆ ਰਹੀ ਹੈ। ਲੇਕਿਨ ਖੇਤਾਂ ਦਾ ਅਸੀਂ ਕਰਾਂਗੇ ਕੀ? ਇਹਨਾਂ ਨੇ ਇੰਨੀ ਸਾਜ਼ਿਸ਼ ਨਾਲ ਕੰਮ ਕੀਤਾ ਵੀ ਸਾਡੀ ਇਸ ਵਾਰ ਜੇ ਪੰਜਾਬ ਦੇ ਕਿਸਾਨ ਨਹੀਂ ਜਗਦੇ, ਇਹ ਖੇਤੀ ਕਿਸਾਨੀ ਸਾਡੇ ਕੋਲ 2 ਸਾਲ ਵਾਸਤੇ ਹੀ ਰਹਿਣੀ ਸੀਗੀ, ਤਾਂ ਸਾਡੀ ਇੱਕ ਫਸਲ ਖਰਾਬ ਹੁੰਦੀ ਹੈ, ਬੜਾ ਅਸਰ ਪੈਂਦਾ ਹੈ। ਕਿਉਂਕਿ ਸਾਡੇ ਘਰ ਵਿੱਚ 5 ਬੰਦੇ ਹੁੰਦੇ ਆ, 5 ਖੇਤੇ 'ਚ ਕੰਮ ਕਰਦੇ ਆ। ਇੱਕ ਮਾਤਰ ਇਹੋ ਜਿਹੀ ਜੋਬ ਹੈ ਜਿਹਦੇ ਵਿੱਚ 24 ਘੰਟੇ ਡਿਊਟੀ, ਨਾ ਕੋਈ ਸੰਡੇ ਨਾ ਕੋਈ ਹੋਲੀਡੇ, ਲਗਾਤਾਰ 12 ਮਹੀਨੇ ਅਸੀਂ ਕੰਮ ਕਰਦੇ ਹਾਂ। ਲੇਕਿਨ ਕੋਈ ਗੱਲ ਨਹੀਂ, ਅਸੀਂ ਦੇਸ਼ ਦਾ ਪੇਟ ਭਰਾਂਗੇ। ਅਸੀਂ ਹਰ ਸਾਲ ਇੰਨੀ ਕਣਕ ਇੰਨਾ ਝੋਨਾ ਪੈਦਾ ਕਰਦੇ ਹਾਂ ਵੀ ਦੇਸ਼ ਦਾ 5 ਸਾਲ ਦਾ ਸਟੋਰ ਹੋ ਸਕੇ। ਕਰੋਨਾ ਕਾਲ ਵਿੱਚ ਵੀ ਅਸਲੀ ਕਰੋਨਾ ਵਾਰੀਅਰ ਅਸੀਂ ਸੀਗੇ, ਨਾ ਡਾਕਟਰ ਸੀਗਾ, ਨਾ ਕੋਈ ਗੱਡੀ ਸੀਗੀ ਕੰਮ ਆ ਰਹੀ ਸੀਗੀ, ਕੇਵਲ ਕਿਸਾਨ ਦਾ ਅਨਾਜ ਕੰਮ ਆ ਰਿਹਾ ਸੀਗਾ, ਕਿਸਾਨ ਦਾ ਦੁੱਧ ਕੰਮ ਆ ਰਿਹਾ ਸੀ, ਕਿਸਾਨ ਦੀ ਸਬਜ਼ੀਆਂ, ਕਿਸਾਨ ਦੇ ਫਰੂਟ ਕੰਮ ਆ ਰਹੇ ਸੀ। ਹੁਣ ਪੰਜਾਬ ਦੇ ਕਿਸਾਨ ਆਏ ਆ, ਤੁਸੀਂ ਨਾਲ ਬੈਠੇ ਹੋ, ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਭਰਾ ਦੀ ਤਰ੍ਹਾਂ, ਸੇਵਾ ਦੇ ਵਿੱਚ ਕਮੀ ਤਾਂ ਨਹੀਂ? ਸੇਵਾ ਅਸੀਂ, ਤੁਸੀਂ ਸਾਡੇ ਮਹਿਮਾਨ ਹੋ, ਪੰਜਾਬ ਦੇ ਸਾਥੀਆਂ ਤੋਂ ਪੁੱਛ ਲਿਓ ਬਈ ਇਹਨਾਂ ਨੂੰ ਕਿਹਾ ਤੁਸੀਂ ਦੁੱਧ ਪੀਣੀ ਹੈ, ਦੁੱਧ ਵੀ ਛੱਡੋ, ਜੇ ਦੁੱਧ ਦਾ ਖੋਇਆ ਬਣਾ ਕੇ ਖਾਣਾ ਹੈ, ਜੇ ਡਟੇ ਰਹੋ ਸਾਡੇ ਨਾਲ, ਅੱਗੇ ਅਸੀਂ ਖੜੇ ਹਾਂ। ਤੁਸੀਂ ਇੱਥੇ ਤੱਕ ਸਾਨੂੰ ਲੀਡ ਕੀਤਾ, ਬੜਾ ਜ਼ਬਰਦਸਤ ਕੰਮ ਕੀਤਾ ਹੈ। ਅੱਜ ਮੱਧ ਪ੍ਰਦੇਸ਼ ਤੋਂ 7000 ਕਿਸਾਨਾਂ ਦਾ ਜੱਥਾ ਹੈ, ਸਾਡੇ ਸੰਗਠਨ ਤੋਂ ਛੱਤੀਸਗੜ੍ਹ ਤੋਂ ਚੱਲ ਕੇ
2 ਟਰੱਕ ਸਬਜ਼ੀਆਂ ਦੇ ਇੱਥੇ ਪਹੁੰਚੇ ਨੇ। ਕੇਰਲ ਕਰਨਾਟਕ ਦੇ ਸਾਥੀ ਚੱਲ ਪਏ ਨੇ। ਦਿੱਕਤ ਕਿਸੇ ਪ੍ਰਕਾਰ ਦੀ ਨਹੀਂ ਹੈ। ਅਸੀਂ ਜੋ ਸਾਡਾ ਭਾਈਚਾਰਾ ਬਣਿਆ ਉਸ ਵਾਸਤੇ ਅਸੀਂ ਮੋਦੀ ਨੂੰ ਧੰਨਵਾਦ ਵੀ ਕਰਦੇ ਹਾਂ, ਨਹੀਂ ਅਸੀਂ ਬੈਰ ਭਾਵ ਰੱਖੀ ਜਾਂਦੇ। ਪਹਿਲਾਂ ਵੈਰਭਾਵ ਚੱਲਦਾ ਸੀਗਾ, ਪਹਿਲਾਂ ਪੰਜਾਬ ਇੱਕ ਹੁੰਦਾ ਸੀ, ਹਰਿਆਣਾ ਇੱਥੋਂ ਤੱਕ ਜਿੱਥੇ ਬੈਠੇ ਆ ਪੰਜਾਬ ਹੀ ਪੰਜਾਬ ਸੀਗਾ। ਤਕਲੀਫ ਹੈਗੀ ਉਸ ਚੀਜ਼ ਦੀ? ਬਿਲਕੁਲ, ਸਾਨੂੰ ਤਾਂ ਸਾਰੇ ਦੇਸ਼ ਦੀ ਤਕਲੀਫ ਹੈ। ਪੰਜਾਬ ਅਲੱਗ ਹੋਇਆ, ਆਧਾ ਸੂਬਾ ਪੰਜਾਬ ਵਿੱਚ ਗਿਆ। ਪਾਕਿਸਤਾਨ 2 ਹੀ ਰਿਆਸਤਾਂ ਹੁੰਦੀ ਸੀ ਪੁਰਾਣੀ, ਪਟਿਆਲਾ ਰਿਆਸਤ ਤੇ ਬੀਕਾਨੇਰ ਰਿਆਸਤ। ਤੇ ਪੂਰੇ ਭਾਰਤ ਵਿੱਚ ਸਾਡਾ ਖੂਨ ਇੱਕ ਹੈ, ਸਾਡੇ ਵਿਚਾਰ ਇੱਕ ਨੇ। ਤੇ ਫਿਰ ਇਹ ਕੇਵਲ ਪੋਲੀਟੀਕਲ ਪਾਰਟੀਆਂ ਦਾ ਰਚਿਆ ਹੋਇਆ ਸਿਸਟਮ ਸੀਗਾ, ਜਿਹਦੇ ਵਿੱਚ ਭਾਈ ਨੂੰ ਭਾਈ ਤੋਂ ਲੜਾਣਾ, ਪੁੱਤ ਨੂੰ ਪਿਓ ਤੋਂ ਲੜਾਣਾ ਤੇ ਜਾਤੀ ਧਰਮ ਵਿੱਚ ਵਟਣਾ। ਉਹ ਸਾਰਾ ਸਿਸਟਮ ਹੁਣ ਖਤਮ ਹੋ ਚੁੱਕਿਆ ਹੈ। ਪੂਰਾ ਦੇਸ਼ ਜਿਵੇਂ ਕਹਿੰਦੇ ਇੱਕ ਧਾਗੇ 'ਚ ਪਿਰੋ ਕੇ ਇੱਕ ਮਾਲਾ ਬਣ ਗਈ ਹੈ। ਜਿਵੇਂ ਹੁਣ ਮੀਟਿੰਗਾਂ ਲਗਾਤਾਰ ਚੱਲ ਰਹੀਆਂ, ਲੱਗਦਾ ਸਿੱਟਾ ਨਿਕਲੂਗਾ, ਜਲਦ ਹੱਲ ਹੋਵੇਗਾ? समस्या का समाधान बातचीत से निकलेगा। जितना इन्होंने लंबा समय लिया, वो केवल ये कोशिश करने की कोशिश करी कि कोई 31 जत्थेबंदियों में से कोई किसान साथी टूट के बयान दे दे। नहीं टूटेगा। वो लोग हैं जिन्होंने 35 साल जमीन पर संघर्ष किया हुआ है। इन्हें राजनीतिक पार्टी से कोई मतलब नहीं। और पीछे जो लोग जुड़े हुए हैं करोड़ों की संख्या में, उनके मान सम्मान की लड़ाई है। और पहली बार जो लोग MP MLA के साथ सेल्फी लेते थे, पूरे देश में एक प्रचलन बन चुका था। हमारे जो लीडर्स हमने भेजे, चाय भी अपनी लेके गए, लंगर भी अपना लेके गए, उन्होंने सरकार का पानी तक पीने से मना कर दिया। ऐसे धर्म युद्ध को, ऐसे न्याय युद्ध को सलाम, सलूट है उसको। बिल्कुल सलूट है साहब। ਜਵਾਕਾਂ ਨੂੰ ਵੀ ਇੱਕ ਗੱਲ ਕਹਿਣਾ ਚਾਹਾਂਗੇ, ਜਿਹੜੇ ਮੇਰੀ ਪੀੜ੍ਹੀ ਦੇ ਲੋਕ ਜਾਂ ਮੇਰੇ ਤੋਂ ਛੋਟੇ ਵੱਡੇ ਦੇਖ ਰਹੇ ਨੇ, ਇਹ ਲੜਾਈਆਂ ਹਜ਼ਾਰਾਂ ਸਾਲਾਂ ਵਿੱਚ ਇੱਕ ਵਾਰ ਲੜੀ ਜਾਂਦੀ ਹੈ। ਜਿਹੜੇ ਸਾਥੀ ਟਾਈਮ ਦੀ ਕਮੀ ਦੇ ਕਾਰਨ ਨਹੀਂ ਆ ਪਾ ਰਹੇ ਆ, ਉਹ ਬਾਅਦ ਵਿੱਚ ਦੇਖਣਗੇ ਕਿ ਯਾਰ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਲੜੀ ਗਈ ਤੇ ਮੈਂ ਉੱਥੇ ਪਹੁੰਚ ਨਹੀਂ ਸਕਿਆ। ਮੈਨੂੰ ਬੜਾ ਅਫਸੋਸ ਹੈਗਾ। ਹੁਣ ਇਤਿਹਾਸ ਵਿੱਚ ਨਾਮ ਦਰਜ ਕਰਾਉਣ ਦਾ ਟਾਈਮ ਹੈ। ਜਿੰਨੇ ਵੀ ਮੇਰੇ ਸਾਥੀ ਯੁਵਾ ਬਜ਼ੁਰਗ ਮੈਨੂੰ ਦੇਖ ਰਹੇ ਨੇ, ਸਾਰੇ ਆ ਕੇ ਇਸ ਹਵਨ ਵਿੱਚ ਭੋਗ ਪਾਓ ਤੇ ਨਿਸ਼ਚਿਤ ਤੌਰ ਤੇ ਅਸੀਂ ਜਿੱਤ ਕੇ ਨਿਕਲਾਂਗੇ। ਜਿੰਨੀ ਵੱਡੀ ਸਾਝੇਦਾਰੀ ਹੋਊਗੀ, ਜਿੱਤ ਉਨੀ ਜਲਦੀ ਹੋਊਗੀ। ਬਿਲਕੁਲ ਭਾਰਤ ਬੰਦ ਤੁਸੀਂ ਵੇਖੋਗੇ, ਪਹਿਲਾ ਇਹੋ ਜਿਹਾ ਭਾਰਤ ਹੋਊਗਾ ਜਿਹੜਾ ਤਮਿਲਨਾਡੂ ਤੋਂ ਲੈ ਕੇ ਕਸ਼ਮੀਰ ਤੱਕ, ਰਾਜਸਥਾਨ ਤੋਂ ਲੈ ਕੇ ਨਾਗਾਲੈਂਡ ਤੱਕ ਸਭ ਕੁਝ ਬੰਦ ਹੋ ਜਾਊਗਾ, ਜਿਵੇਂ ਕਰੋਨਾ ਦੇ ਪਹਿਲੇ ਮਹੀਨੇ 'ਚ ਬੰਦ ਹੋਇਆ ਸੀਗਾ। ਕਿਉਂਕਿ ਸਾਰੇ ਦੇਸ਼ ਦੀ ਆਤਮਾ ਸਾਡੇ ਨਾਲ ਜੁੜੀ ਹੋਈ ਹੈ। ਉਹਨਾਂ ਨੂੰ ਪਤਾ ਹੈ ਅਸੀਂ ਪਵਿੱਤਰ ਲੜਾਈ ਲੜ ਰਹੇ ਹਾਂ, ਅਸੀਂ ਨਿਆਂ ਦੀ ਲੜਾਈ ਲੜ ਰਹੇ ਹਾਂ। ਤੋਂ ਸਰਕਾਰ ਦੀ ਮੈਂ ਤਾਂ ਇਹੀ ਕਹਿੰਦਾ ਵੀ ਜਲਦ ਤੋਂ ਜਲਦ ਸਾਡੀ ਮੰਗਾਂ ਮੰਨੀਆਂ ਜਾਣ ਤੇ ਸਾਨੂੰ ਫਿਰ ਦੇਸ਼ ਦੀ ਰੱਖਿਆ, ਦੇਸ਼ ਦਾ ਪੇਟ ਭਰਨ ਵਾਸਤੇ ਖੇਤਾਂ ਦੀ ਤਰਫ ਮੋੜੋ। 9 ਤਰੀਕ ਦੀ ਮੀਟਿੰਗ ਤੋਂ ਕੀ ਲੱਗਦਾ ਹੱਲ ਹੋਵੇਗਾ? ਅਸੀਂ ਤਾਂ ਜੀ ਤਿਆਰੀ ਇੰਨੀ ਕਰਕੇ ਆਏ ਹਾਂ ਬਈ ਜੇ ਹਮਨੂੰ 5 ਸਾਲ ਵੀ ਬਹਿਣਾ ਪੈ ਗਿਆ, ਵਾਪਿਸ ਨਹੀਂ ਮੁੜਦੇ। ਹੱਲ ਤਾਂ ਸਰਕਾਰ ਨੂੰ ਨਿਕਾਲਣਾ ਪਊਗਾ। ਤਿਆਰੀ ਤੋਂ ਐ ਲੱਗਦਾ ਜੇ ਹੱਲ ਹੋ ਵੀ ਗਿਆ, ਮੈਂ ਮਹੀਨਾ ਉਂਝ ਹੀ ਲਾ ਜਾਣਾ ਖੁਸ਼ੀ ਖੁਸ਼ੀ। ਉਹ ਤਾਂ ਸਾਡੇ ਪੰਜਾਬ ਦੇ ਭਰਾ ਕਹੀ ਜਾਂਦੇ ਸੀ, ਰਾਤੀ ਅਸੀਂ ਬੈਠੇ ਗੱਲ ਕਰੀ ਜਾਂਦੇ ਸੀ, ਬੋਲਿਆ ਵੀਰ ਜੀ ਜੇ 9 ਤਾਰੀਖ ਨੂੰ ਸਰਕਾਰ ਮੰਨ ਵੀ ਗਈ ਨਾ, ਅਸੀਂ 10 ਦਿਨ ਤਾਂ ਭੰਗੜੇ ਪਾਉਂਦੇ ਵਾਪਿਸ ਮੁੜਨੇ ਚਲਾ ਦਿਆਂਗੇ। ਪੂਰੇ ਹਰਿਆਣਾ 'ਚ ਭੰਗੜਾ ਪਾ ਕੇ ਜਾਵਾਂਗੇ ਤੇ 10 ਦਿਨ ਤਾਂ ਦਿੱਲੀ ਖਾਲੀ ਨਹੀਂ ਕਰਦੇ। ਖੁਸ਼ੀ ਇੰਨੀ ਹੋ ਜਾਊਗੀ, ਆਪਣਾ ਭਾਈਚਾਰਾ ਇੰਨਾ ਵੱਧ ਜਾਊਗਾ। ਜਿਵੇਂ ਵਿਆਹ 'ਚ ਸੱਗਿਆ ਗਲੇ ਮਿਲਦੇ ਨੇ, ਇੱਕ ਦੂਸਰੇ ਦਾ ਮਾਨ सम्मान ਕਰਦੇ ਆ, ਉਹ ਆਪਾਂ 10 ਦਿਨ ਤਾਂ ਇੱਥੇ ਭੰਗੜੇ ਪਾਵਾਂਗੇ, ਰਾਗਣੀਆਂ ਤੇ ਨੱਚਾਂਗੇ। एक बार पिछले समय ना हरियाणा में आंदोलन हुआ सी, जाट आंदोलन, उसको बदनाम करने के शरारती लोगों ने बहुत ऐसा काम किया, मैं उसको अभी तक भुला नहीं पाए। पंजाब के लोग जो इधर से गुजरते थे, फॉरेन से आए थे, जो वो अभी भी बोलते हैं कि ऐसा आंदोलन कभी ना हो। उस आंदोलन में भी वो आंदोलन गलत नहीं था, लेकिन जब आंदोलन में लीडरशिप पीछे हट जाए, उस पर कंट्रोल नहीं हो पाया। सरकार ने बदनाम करने की साजिश थी, जाटों ने वो दुकानें नहीं लूटी, लेकिन जैसे इस आंदोलन के अंदर बहुत असामाजिक तत्व डालने की कोशिश करी उधर सिद्धू बॉर्डर पर, यहाँ हमने कई साथियों को पकड़ा, वहाँ पर लीडरशिप इतनी सजग नहीं थी। यहाँ हमने युवाओं को, जो करोड़ों की संख्या में हमारे साथ है, हमने कहा है जोश आपका और दिमाग हमारे बुजुर्गों का, बुजुर्गों की सोच के ऊपर युवा नमन कर रहा है। बोला जब तक तुझे जुबान तो कुछ कढ़ोगे नहीं, जब तक असी कुछ नहीं करांगे, असी तुहाडे नाल हां, तुहाडी साथी बन के असी खड़े हाँ। ते इस करके पूरी तरह अनुशासित दुनिया विच इतिहास विच लिखिया जाऊगा इन्ना वड्डा अंदोलन ते इन्नी जबरदस्त लीडरशिप, इन्ना जबरदस्त अनुशासन, इन्नी शांति प्रियता नाल कोई भी अंदोलन मेरे हिसाब नाल वर्ल्ड च नहीं होया। ਇਹਦੇ ਵਿੱਚ ਜੋਸ਼ ਤੇ ਹੋਸ਼ ਦੋਵਾਂ ਦੀ ਜ਼ਰੂਰਤ ਸੀ, ਦੋਵੇਂ ਮਿਲੇ ਹੋਏ ਹਨ, दोनों फुल मिले हुए ने ते बुजुर्गां दी इज्जत, युवावां नूं आशीर्वाद, बड़ा प्रेम इहदे विच इकट्ठा होया है। ਦਿੱਕਤ ਨਹੀਂ ਆਈ, 10 ਦਿਨ ਹੋ ਗਏ ਲਗਾਤਾਰ कोई दिक्कत नहीं आई। सानू ऐ लग रहा है कि साडे जिन्ना ਜ਼ਹਿਰ भरिया होया सीगा ਉਹ ਜ਼ਹਿਰ ਬਾਹਰ निकल चुका है। ਜਿਹੜੀਆਂ ਦੁਸ਼ਮਣੀਆਂ ਪਾਈਆਂ ਗਈਆਂ ਪੰਜਾਬ ਤੇ ਹਰਿਆਣੇ ਦੀਆਂ ਸਭ ਹੱਲ ਹੋ ਗਈਆਂ। सब हल हो गई।
ਸਾਡੇ ਪੰਜਾਬ ਦੇ ਭਰਾ ਕਹਿੰਦੇ ਇਹ ਤਾਂ ਪਾਰਟੀਆਂ ਨੇ ਐਸਵਾਈਐਲ ਦਾ ਮੁੱਦਾ ਬਣਾਇਆ ਸੀ। ਯਾਰੋ ਤੁਸੀਂ ਸਾਡੇ ਕੋਲ ਆਣਾ, ਲੜਾਈ ਜਿੱਤਣ ਦੇ ਬਾਅਦ ਅਸੀਂ ਐਸਵਾਈਐਲ ਦਾ ਪਾਣੀ ਤੁਹਾਨੂੰ ਦੇਵਾਂਗੇ। ਦਿਲ ਦਰਿਆ ਲੱਗਦੇ ਫਿਰ ਪੰਜਾਬੀਆਂ ਦੇ। बिल्कुल साढ़े भरा ने मिल बैठ के, अगर हमारा कोई मसला है मिल बैठ के ये हल हो तो उसके जैसे तो फैसला नहीं होता। हमें राजनीतिक पार्टियों की अब जरूरत नहीं रही इस आंदोलन के बाद। हरियाणा के पूरा समर्थन मिल रहा है लोगों का। हरियाणा में तो मैं ਤੁਹਾਨੂੰ दस रहा भाई, किसान कह रहे हैं मेरे को मज बेचनी पड़े, जमीन बेचनी पड़े, इस लड़ाई में बेचने को तैयार हूं। पंजाब का साथ नहीं छोड़ेंगे, कॉरपोरेट हाथों के हाथ जमीन नहीं जाने देंगे। अगर आंदोलन चलाने के लिए हमें किसी भी हद तक जाना पड़ा, लड़ाई दंगा नहीं करेंगे। लेकिन बाकी जिस प्रकार एनआरआई के पंजाब साथियों ने कहा कि आप साल तक तो बादाम खाओ, तो हम भी कहते हैं, हम हरियाणा वाला कहते हैं कि हमारा दूध बड़ा मशहूर है पूरी दुनिया में। एक साल तक तो माताओं बहनों को और सरदार भाइयों को सुबह शाम मावा खिलाएंगे, रोटी कौन खाण दे वहां, इतना जुगाड़ ले रहे हैं। मोदी देखा उसका कितना जुगाड़ है। शांतमई चल रहा है, मतलब माहौल, कोई दिक्कत तो है नहीं। कोई दिक्कत नहीं, दिक्कत साढ़े सारे जवाक कंट्रोल विच है। एक एक गतिविधि विच बुजुर्ग ते जवान मिलके सारी रात ठीकरी पहरा लांदे ने कि कोई असमाजिक तत्व इस अंदोलन। शरारती लोग आए सी विच, काफी बार कोशिशां की गई है, काफी बार अंदोलन नूं बिगाड़न दी मीडिया के तौर पर गलत लोग विचाले बाड़ के की गई कोशिश, लेकिन असी उन्होंने उसे टाइम कंट्रोल कर लेंदे आ। गलत आदमी नूं प्रशासन नूं फड़ा देंदे आ भी ए लिओ तुसीं इहदा की करो। हरियाणे के किसान ने ਜਿਹੜੇ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦਾ ਮੰਨਣਾ ਹੈ ਕਿ ਜਦੋਂ ਪੰਜਾਬ ਸਾਡਾ ਰਿਸ਼ਤੇਦਾਰ ਹੈ, ਸਾਡੇ ਰਿਸ਼ਤੇਦਾਰ ਜਦੋਂ ਆਉਣਗੇ ਉਹਨੂੰ ਆਚ ਨਹੀਂ ਆਉਣ ਦੇਵਾਂਗੇ। ਬਾਰਡਰ ਤੇ ਅੱਗੇ ਅਸੀਂ ਬੈਠੇ ਹਾਂ, ਪਰ ਤੁਹਾਨੂੰ ਦੱਸ ਦਈਏ ਕਿ ਬਾਰਡਰ ਤੇ ਜਿਹੜਾ ਸ਼ਾਂਤਮਈ ਮਾਹੌਲ ਹੈ, ਫੌਜ ਜਿਹੜੀ ਆ ਉਹ ਓਨੀ ਦੀ ਓਨੀ ਹੈ, ਕੋਈ ਜ਼ਿਆਦਾ ਵੱਧ ਨਹੀਂ ਰਹੇਗੀ। ਤੇ 9 ਤਰੀਕ ਵਾਲੀ ਮੀਟਿੰਗ ਤੋਂ ਵੀ ਲੱਗਦਾ ਹੈ ਕਿਤੇ ਨਾ ਕਿਤੇ ਜਿਹੜੀ ਇਹ ਜਿੱਤ ਪੱਕੀ ਹੈ। ਜੇ ਗੱਲ ਕਰੀਏ ਜਦੋਂ ਦਾ ਮੋਰਚਾ ਸ਼ੁਰੂ ਹੋਇਆ 26-27 ਤਰੀਕ ਤੋਂ, ਉਹ ਤਾਂ 50-50 ਲੱਗਦਾ ਸੀ ਕਿ ਸਰਕਾਰ ਝੁਕੇਗੀ ਕਿ ਨਹੀਂ ਝੁਕੇਗੀ, ਪਰ ਹੁਣ ਐਂ ਲੱਗਦਾ ਹੈ ਕਿ ਜਿੱਥੋਂ ਤੱਕ ਕਿ ਮੀਡੀਆ ਵੀ, ਨੈਸ਼ਨਲ ਮੀਡੀਆ ਵੀ ਹੁਣ ਸਾਥ ਦੇਣ ਲੱਗ ਗਿਆ। ਹੁਣ ਐਂ ਲੱਗਦਾ ਹੈ ਕਿ ਜਿਹੜਾ 80 ਤੋਂ 90% ਜਿਹੜੀ ਉਹ ਕਿਸਾਨਾਂ ਦੀ ਜਿੱਤ ਪੱਕੀ ਹੈ ਤੇ 9 ਤਰੀਕ ਤੱਕ ਲੱਗਦਾ ਹੈ ਕਿ ਫੈਸਲੇ ਦਾ ਜਿਹੜਾ ਹੱਲ ਉਹ ਆਵੇਗਾ। ਗਰਾਊਂਡ ਜ਼ੀਰੋ ਤੋਂ ਤੁਹਾਡੇ ਨਾਲ ਜੁੜੇ ਰਵਾਂਗੇ, ਪਲ ਪਲ ਦੀ ਖਬਰ ਦਿੰਦੇ ਰਵਾਂਗੇ। ਟਿੱਕਰੀ ਬਾਰਡਰ ਬਹਾਦਰਗੜ੍ਹ ਤੋਂ ਤੁਹਾਡੇ ਨਾਲ ਜੁੜੇ ਹੋਏ ਹਾਂ।